ਮੁੰਡੇ ਦਾ ਨਾਂ ਕੀ? ਅਜੀਤ ਸਿੰਘ ਆ ਜਿਹਦੇ ਗੋਲੀ ਵੱਜੀ। ਪੂਰੇ ਦੇ ਵਿੱਚ ਗੋਲੀ ਵੱਜੀ। ਤੇ ਇਹ ਬਿਸਤਰ ਤੇ ਕਾਫੀ ਦੇਰ ਪਿਆ ਰਿਹਾ ਹਾਂਜੀ ਹੈ ਹਾਂਜੀ 1.5 ਸਾਲ ਲੱਗ ਗਏ ਹੈ ਸਾਲ 1.5 ਸਾਲ ਲੱਗ ਗਏ ਉਸਦਿਆਂ ਨੂੰ 1.5 ਸਾਲ ਹੋ ਹਾਂਜੀ, ਗਏ। ਬੈਡ ਰੈਸਟ ਕਰੋ। ਤੇ ਇਹ ਉਹ ਮੁੰਡਾ ਜਿਹਨੇ ਚਰਨਜੀਤ ਸ਼ਰਮਾ ਸ਼ਰੇਆਮ ਲੱਤਾਂ ਮਾਰੀਆਂ ਸੀ। ਗੋਲੀ ਲੱਗਣ ਤੋਂ ਬਾਅਦ ਗੋਲੀ ਲੱਗਣ ਤੋਂ ਬਾਅਦ ਚ ਚੱਕਣ ਦੀ ਬਜਾਏ ਤੇ ਲੱਤਾਂ ਮਾਰਦਾ ਸੀ। ਫਸਟ ਏਡ ਤਾਂ ਕੀ ਦੇਣੀ ਸੀ ਉਹ ਇਹਨੂੰ ਇਹ ਚਾਹੁੰਦਾ ਸੀ ਵੀ ਇਹ ਰਵੇ ਹੀ ਨਾ, ਮਤਲਬ ਸ਼ਰੇਆਮ ਫਾਇਰ ਮਾਰੀ ਜਾਂਦੇ ਤੇ ਗੋਲੀ ਲੱਗੀ ਆ, ਇਹ ਉੱਥੇ ਤੜਫੀ ਜਾਂਦਾ ਤੇ ਲੱਤਾਂ ਮਾਰੀ ਜਾਂਦਾ। ਪੈਸੇ ਰੁਪਈਆ ਮੈਨੂੰ ਐ ਦੱਸ ਬੇਟਾ, ਦੇਖੋ ਮੇਰੀ ਤਾਂ ਜ਼ਿੰਦਗੀ ਆਸ ਤੇ ਵਿਸ਼ਵਾਸ ਵਾਲੀ ਕਿੰਨੀ ਆਸ 5 ਸਾਲ ਦਾ ਸਮਾਂ ਸਰਕਾਰ ਇਸ ਵਿਸ਼ੇ ਤੇ ਬਣੀ ਆ। ਜੀ। ਅੱਜ ਤੱਕ ਮੈਂ ਸਮਝਦਾ ਵੀ ਆ ਜਿਹੜੀ ਨਵੀਂ ਵੀ ਇਸ ਤੇ ਬਣ ਗਈ ਉਹਨੇ ਬਿਆਨ ਵੀ ਨਹੀਂ ਲਵਾਇਆ। ਨਵੀਂ ਜਿਹੜੀ ਨਵੀਂ ਆ 3 ਮਹੀਨੇ ਹੋ ਗਏ ਜਿਹੜਾ ਹੋਣ ਚਾਹੀਦਾ ਤੇ ਉਹਨਾਂ ਦਾ ਇੱਕ ਬਿਆਨ ਵੀ ਨਹੀਂ ਆਇਆ ਇਸ ਵਿਸ਼ੇ ਤੇ ਵੀ ਕੁਝ ਕਰਨਾ ਚਾਹੁੰਦੇ ਆ। ਜੇ ਅਸੀਂ ਮਿਲ ਦੀ ਗੱਲ ਕੀਤੀ ਆ, ਮੇਰਾ ਆਇਆ ਕਿ ਨਹੀਂ ਆਇਆ? ਤੁਹਾਡੇ ਆਇਆ, ਤੁਸੀਂ ਤਾਂ ਉਦੋਂ ਦੀ ਆਵਾਜ਼, ਤੁਸੀਂ ਤਾਂ ਟਵਿੱਟਰ ਫੇਸਬੁੱਕ ਤੋਂ ਉਦੋਂ ਦੀ ਆਵਾਜ਼ ਚੱਕੀ ਜਾਂਦੇ ਹੋ। ਪਰ ਜਿਹੜੀ ਸਰਕਾਰ ਨੂੰ ਕਰਨਾ ਚਾਹੀਦਾ, ਜੇ ਤੁਹਾਡੇ ਹੱਥ 'ਚ ਪਾਵਰ ਆ ਜਾਂ ਤੁਸੀਂ ਤਾਂ ਕਰਦੇ ਹੋ, ਸਾਰਾ ਕੁਝ ਤਾਂ ਪਤਾ ਹੈ ਕਿ ਸੈਣੀ ਸਾਰਾ ਕੁਝ ਕਰਕੇ ਉਹਦਾ ਜਿਹੜਾ ਵਕੀਲ ਸੀ ਉਹ ਡੀਏ ਲਾ ਦਿੱਤਾ। ਨਵੀਂ ਸਰਕਾਰ 'ਚ ਲੱਗਿਆ ਕਿ ਸਰਕਾਰ ਨੂੰ ਇਹ ਨਹੀਂ ਪਤਾ ਸੀ ਵੀ ਜਿਹੜਾ ਅੱਜ ਤੱਕ ਉਹਨੂੰ ਮਤਲਬ ਬਚਾਉਂਦਾ ਆਇਆ, ਕਟਹਿਰੇ 'ਚ ਖੜਨ ਤੋਂ ਬਚਾਉਂਦਾ ਆਇਆ ਵੀ ਇਹ ਸਹੀ ਆ, ਸਬੂਤ ਦਿੰਦਾ ਆਇਆ ਵੀ ਸਹੀ ਆ, ਉਹੀ ਉਹਨੂੰ ਗਲਤ ਸਾਬਤ ਕਰ ਸਕਦਾ ਸੀ। ਅੱਜ ਪਾਸੇ ਵੀ ਕੀਤਾ ਤੇ ਉਹਦਾ ਸਮਾਂ ਖਰਾਬ ਹੋਇਆ। 2 ਮਹੀਨੇ 2.5 ਮਹੀਨੇ ਜਿਹੜਾ ਜਿੰਨਾ ਚਿਰ ਰਿਹਾ 20 ਦਿਨ 25 ਦਿਨ ਉਹ ਸਮਾਂ ਖਰਾਬ ਹੋਇਆ। ਮੈਂ ਤੇ ਇਸ ਗੱਲ ਤੇ ਵੀ ਟਿਕਾ ਕੇ ਲੜਿਆ ਬੇਟਾ। ਦੇਖੋ ਮੈਂ ਸਾਰੇ ਪੰਜਾਬ ਨਾਲ ਗੱਲ ਕਰਨਾ ਚਾਹੁੰਦਾ ਕਿਉਂਕਿ ਇਹ ਮੇਰੇ ਮਾਪਿਓ ਤੋਂ ਉੱਤੇ ਦੀ ਗੱਲ ਹੈ। ਮੇਰੇ ਚਾਨਣ ਮੁਨਾਰੇ, ਨਿਤਾਣਿਆਂ ਦੇ ਤਾਣ, ਨਿਮਾਣਿਆਂ ਦੇ ਮਾਣ, ਮੇਰੇ ਗੁਰੂ ਦੀ ਗੱਲ। ਤੇ ਇਸ ਰਾਹ ਤੇ, ਸੱਚ ਦੀ ਰਾਹ ਤੇ ਤੁਰਦੇ ਹੋਏ ਮੈਨੂੰ ਕਦੇ ਕੋਈ ਭੈ ਨਹੀਂ ਰਿਹਾ, ਹਮੇਸ਼ਾ ਸਿਰ ਉੱਚਾ ਰਿਹਾ ਤੇ ਫਖਰ ਹੈ ਵੀ ਆਪਦੇ ਮਾਂ ਪਿਓ ਦੇ ਦਿੱਤੇ ਸੰਸਕਾਰ ਮੈਂ ਸੱਚ ਦੀ ਰਾਹ ਤੇ ਤੁਰਨ ਨੂੰ, ਔਰ ਸੱਚ ਦੀ ਆਵਾਜ਼, ਹੱਕ ਸੱਚ, ਹਕੀਕਤ ਬੁਲੰਦ ਕਰਨ ਨੂੰ ਹਮੇਸ਼ਾ ਲਾਇਆ। ਅੱਜ 100 ਮਣ ਦੁੱਧ 'ਚ ਖੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਪੰਜਾਬ ਦੇ ਅਮਨ ਮਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਆਸੀ ਤੌਰ ਦੇ ਉੱਤੇ ਮੇਰੇ ਪੰਜਾਬੀ ਭਰਾਵਾਂ ਦੇ ਮਨਾਂ ਦੇ ਵਿੱਚ ਭੈ ਪਾ ਕੇ, ਇੱਕ ਖਾਸ ਕਮਿਊਨਿਟੀ ਦੇ ਮਨ ਦੇ ਵਿੱਚ ਭੈ ਪਾ ਕੇ ਧਰੁਵੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੋਟਾਂ ਦੀ ਰਾਜਨੀਤੀ ਖਾਤਰ। ਤੇ ਤੁਸੀਂ ਦੇਖ ਲਓ ਕਿ ਲੋਕ ਕਿੰਨੇ ਜਾਗਰੂਕ ਨੇ, ਪੰਜਾਬ ਦੇ ਲੋਕ ਗੁਰੂ ਨੂੰ ਕਿੰਨੇ ਸਮਰਪਿਤ ਨੇ ਕਿ ਅਗਰ ਬੇਅਦਬੀ ਦਾ ਪ੍ਰਯਾਸ ਹੋਇਆ ਤੇ ਉਹਨਾਂ ਆਪ ਹੀ ਇਨਸਾਫ ਕਰਤਾ। ਉਹਨਾਂ ਇਹ ਦਿਖਾਤਾ ਕਿ ਉਹਨਾਂ ਦੀ ਭਰੋਸੇਯੋਗਤਾ ਸਿਸਟਮ ਤੋਂ ਟੁੱਟੀ ਹੈ। ਜੇ ਇਹੀ ਆਪਾਂ 15 ਚ ਕੀਤਾ, ਕੀ ਕਿਹਾ ਨੇ ਹੁਣ? ਜੇ 15 ਚ ਕੀਤਾ ਹੁੰਦਾ ਤੇ ਕੱਲ ਵਾਲਾ ਸਾਨੂੰ ਦੇਖਣਾ ਨਾ ਪੈਣਾ, ਸਾਹਮਣਾ ਨਹੀਂ ਕਰਨਾ ਪੈਣਾ। ਮੈਂ ਕਹਿੰਦਾ ਜੇ 15 ਚ ਸਜ਼ਾ ਯਾਫਤਾ ਕੀਤੇ ਹੁੰਦੇ, ਕੋਈ ਹੋਵੇ ਗੁਰੂ ਤੋਂ ਉੱਤੇ ਤਾਂ ਨਹੀਂ ਕੋਈ, ਸਮਝਿਆ ਨਹੀਂ, ਜਿਹਨੇ ਓਛੀ ਵੋਟਾਂ ਦੀ ਰਾਜਨੀਤੀ ਖਾਤਰ ਪੰਜਾਬੀਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ, ਸਾਡੀ ਪੰਜਾਬੀਅਤ ਦੇ ਉੱਤੇ, ਸਾਡੀ ਢਾਲ ਦੇ ਉੱਤੇ। ਅਸੀਂ ਉਦੋਂ ਨਹੀਂ ਟੁੱਟੇ ਜਦੋਂ ਮਸਾ ਰੰਗੜ ਆਇਆ, ਅਸੀਂ ਉਦੋਂ ਨਹੀਂ ਟੁੱਟੇ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ। ਤੇ ਜਿਹਨੇ ਉਸ ਪੰਜਾਬੀਅਤ ਨੂੰ, ਸਾਡੇ ਏਕੇ ਨੂੰ, ਸਾਡੇ ਆਪਸੀ ਭਾਈਚਾਰੇ ਨੂੰ, ਬਾਬੇ ਨਾਨਕ ਦੀ ਦਿੱਤੀ ਰਾਹ ਨੂੰ, ਸਰਬਤ ਦੇ ਭਲੇ ਨੂੰ, ਵੱਖ-ਵੱਖ ਭਾਵੇਂ ਪਹਿਰਾਵੇ ਹੋਣ ਪਰ ਅਸੀਂ ਇੱਕ ਆ, ਉਸ ਪੰਜਾਬੀਅਤ ਦੇ ਉੱਤੇ ਜਿਹਨੇ ਘਾਣ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਜੇ ਉਦੋਂ ਸਜ਼ਾ ਦਿੱਤੀ ਹੁੰਦੀ ਔਰ ਐਸੀ ਸਜ਼ਾ ਦਿੱਤੀ ਹੁੰਦੀ ਇਸ ਜਗਨਯ ਅਪਰਾਧ ਦੇ ਲਈ, ਇਸ ਮਿੱਥ ਕੇ ਕੀਤੇ ਹੋਏ ਅਪਰਾਧ ਦੇ ਲਈ, ਸਿਆਸੀ ਫਾਇਦਿਆਂ ਦੇ ਅਪਰਾਧ ਦੇ ਲਈ, ਤੇ ਅੱਜ ਸਭ ਨੂੰ ਕੰਨ ਹੋ ਜਾਂਦੇ, ਕੋਈ ਜੁਰਤ ਨਾ ਕਰਦਾ, ਪੀੜ੍ਹੀ ਦਰ ਪੀੜ੍ਹੀ
ਬੋਲੇ ਸੋ ਨਿਹਾਲ। ਪੀੜੀ ਦਰ ਪੀੜੀ ਕੋਈ ਜ਼ੁਰਤ ਨਾ ਕਰਦਾ। ਇਟ ਵੁੱਡ ਹੈਵ ਬੀਨ ਅ ਡੈਟਰੈਂਟ। ਇੱਕ ਐਸੀ ਮਿਸਾਲੀ ਸਜ਼ਾ ਜਿਹੜੀ ਮੈਂ ਮੰਗਦਾ ਰਿਹਾ, ਭਾਵੇਂ ਕੋਈ ਹੋਵੇ, ਸਮਝੇ ਨਹੀਂ। ਰਾਜ ਬਿਨਾ ਨਹੀਂ ਧਰਮ ਚਲੇ, ਵਾਹਿਗੁਰੂ ਔਰ ਧਰਮ ਬਿਨਾ ਸਭ ਜਲੇ ਮਲੇ ਢਲੇ ਮਲੇ। ਜਦੋਂ ਮੌਕਾ ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਢਲੇ ਮਲੇ। ਤੇ ਮੈਨੂੰ ਦੱਸੋ ਉਸ ਰਾਜ ਦਾ ਕੀ ਵਕਾਰ ਜਿਹੜਾ ਧਰਮ ਦੀ ਰੱਖਿਆ ਨਾ ਕਰ ਸਕੇ। ਸ਼ਾਬਾਸ਼। ਨਵਜੋਤ ਸਿੰਘ ਜੀ, ਤੁਸੀਂ ਅਸੀਂ ਮੇਰੀ ਗੱਲ ਨੂੰ ਪੂਰਾ ਹੋਣਾ ਦੇ ਭਾਈ। ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਂ, ਇੱਕ ਇੱਕ ਚੀਜ਼ ਦਾ ਜਵਾਬ ਦਊਂ, ਕਿਉਂਕਿ ਮੈਂ ਖੜਾ ਹੀ ਹਾਂ। ਮੇਰੇ ਦਿਲ ਹਮੇਸ਼ਾ ਹੀ ਇਹ ਇਧਰ ਰਿਹਾ, ਮੈਂ ਸਾਰਾ ਕੁਝ ਛੱਡਿਆ। ਇਸ ਕਰਕੇ ਮੈਂ ਇਹ ਕਹਿਣਾ ਔਰ ਬਾਰੰਬਾਰ ਕਹਿਣਾ ਕਿ ਜੇ ਤੁਸੀਂ ਨੌਕਰੀ ਦੇਣੀ ਸੀ ਤਰਸ ਦੇ ਆਧਾਰ ਤੇ ਫਿਰ ਇਦੋਂ ਵੱਧ ਕਿਹਦੇ ਤੇ ਤਰਸ ਚਾਹੀਦਾ ਸੀ ਭਾਈ? ਹੈ ਜਿਹਦੇ ਅੱਜ ਤੋਂ ਕਿੰਨੇ ਸਾਲ ਹੋ ਗਏ ਬੇਟਾ? 6 ਸਾਲ ਪਹਿਲਾਂ ਕਿੱਥੇ ਗੋਲੀ ਵੱਜੀ? ਇੱਥੇ ਲੱਤ ਤੇ ਵੱਜੀ ਸੀ, ਤੂੰ ਪਾਸੇ ਲੰਘੀ ਸੀ, ਪੱਟਾ ਚ ਤੂੰ ਡਿੱਗ ਪਿਆ। ਹੈ ਮੈਨੂੰ ਐ ਦੱਸੋ, ਜੇ ਇਹਦੇ ਤੇ ਤਰਸ ਨਹੀਂ ਫਿਰ ਕਿਹਦੇ ਤੇ? ਹਾਂ, ਤਗੜੇ ਤਗੜੇ ਲੋਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ ਦੇਈ ਜਾਓ, ਲੇਕਿਨ ਕਤਾਰ ਚ ਅਖੀਰ ਦੇ ਵਿੱਚ ਤਾਂ ਇਹ ਖੜੋਤਾ ਹੈ, ਕੋਈ ਮਜ਼ਦੂਰ ਖੜੋਤਾ ਹੈ, ਕੋਈ ਗੁਰੂ ਦਾ ਸਿੱਖ ਦਾ ਜਿਹਦੇ ਚੱਡੇ ਪਾੜੇ, ਜਿਨ੍ਹਾਂ ਤੇ ਝੂਠੇ ਇਲਜ਼ਾਮ ਲਾਏ, ਤੇ ਆ ਖੜੋਤਾ, ਆ ਬੈਠਾ ਹੈ, ਵੇਖੋ ਅੱਜ ਵੀ ਲੜ ਰਿਹਾ। ਲੜ ਰਿਹਾ ਨਾ। ਇਹੀ ਮੈਂ ਕਹਿਣਾ ਕਿ ਅੱਜ ਪੰਜਾਬ ਨੂੰ ਸੋਚਣਾ ਪਊ ਕਿ ਕਦ ਤੱਕ ਅਸੀਂ ਭ੍ਰਮਿਤ ਹੁੰਦੇ ਪਰਾਂਗੇ। ਔਰ ਫਿਰ ਆਮ ਬੰਦਾ ਇੱਕ ਸਵਾਲ ਕਰਦਾ ਹੈ, ਮੈਂ ਇਹਦੀ ਭਾਵਨਾ ਨੂੰ ਦੁਹਰਾਉਣਾ ਚਾਹੁੰਦਾ। ਆਮ ਬੰਦਾ ਇੱਕ ਸਵਾਲ ਕਰਦਾ ਹੈ ਵੀ ਜੇ ਗੁਰੂ ਨੂੰ ਇਨਸਾਫ ਨਹੀਂ ਤੇ ਫਿਰ ਇੱਕ ਆਮ ਬੰਦਾ ਕਿਹੜੇ ਇਨਸਾਫ ਨੂੰ ਦੇਖੂਗਾ? ਕਿਹੜੇ ਮਤਲਬ ਉਹਨੂੰ ਆਮ ਬੰਦੇ ਨੂੰ ਕੀ ਇਨਸਾਫ ਦਾ ਉਹ ਹੈ ਬਈ? ਪੰਜਾਬ ਸਰਕਾਰ ਨੂੰ ਸੋਚਣਾ ਪਊਗਾ। ਦੇਖੋ ਇਹ ਗੱਲਾਂ ਸਰਬੱਤ ਦੇ ਭਲੇ ਦੀਆਂ ਨੇ, ਇਹ ਗੱਲਾਂ ਸੁਸ਼ਾਸਨ ਦੀਆਂ ਨੇ, ਇਹ ਗੱਲਾਂ ਰਲ ਮਿਲ ਕੇ ਇਨਸਾਫ ਨੂੰ ਪਿੱਛੇ ਰੱਖਣ ਦੀਆਂ ਨਹੀਂ। ਇਸ ਕਰਕੇ ਮੈਂ ਇੱਥੇ ਇਹਦੇ ਨਾਲ ਪੂਰੀ ਮਤਲਬ ਅਧੂਰੀ ਨਹੀਂ, ਪੂਰੀ ਭਾਵਨਾ ਲੈ ਕੇ ਆਇਆ। ਇਹਦੇ ਨਾਲ ਮੇਰੀ ਭਾਵਨਾ ਇਹਦੇ ਨਾਲ ਪੂਰੀ ਰਲਦੀ ਹੈ, ਔਰ ਮੇਰੇ ਮਨ ਦੇ ਵਿੱਚ ਵੀ ਉਹੀ ਕਿਹੜੇ ਜੀ ਅੱਜ ਤੁਹਾਡੇ ਡਿਪਟੀ ਸੀਐਮ ਜਿਹੜੇ ਕਹਿੰਦੇ ਸੀ ਘੰਟਾ ਪਾਵਰ ਆ ਜੇ, ਅੱਜ ਤਾਂ 3 ਮਹੀਨੇ ਹੋ ਗਏ। ਕੀ ਸਿਰਫ ਪਾਵਰ ਕੁਰਸੀ ਨੂੰ ਲੈਣ ਵਾਸਤੇ ਮੰਗੀ ਜਾਂਦੀ ਹੈ ਵੀ ਸਾਨੂੰ ਕੁਰਸੀ ਮਿਲ ਜੇ? ਕਿਹੜਾ ਘੰਟਿਆਂ 'ਚ ਕਹਿੰਦੇ ਘੰਟਿਆਂ 'ਚ ਹੱਲ ਕਰ ਦਿਆਂਗੇ। ਅੱਜ 3 ਮਹੀਨੇ ਦਾ ਸਮਾਂ ਹੋ ਗਿਆ ਪਾਵਰ ਇਹਨਾਂ ਨੂੰ। ਡਿਪਟੀ ਸੀਐਮ ਵੀ ਆ, ਗ੍ਰਹਿ ਮੰਤਰੀ ਵੀ ਆ। ਸਿਸਟਮ ਜਿਹੜਾ ਹੈ ਅੱਜ, ਸਿਸਟਮ ਨੂੰ ਜਵਾਬ ਦੇਣੇ ਪੈਣੇ। ਮੈਂ ਸਿਸਟਮ ਦਾ ਹਿੱਸਾ, ਮੈਂ ਜਵਾਬ ਦੇਈ ਜਾਣਾ। ਸਿੱਧੂ ਜੀ ਬੇਨਤੀ ਹੈ ਵੀ ਜੇ ਤੁਸੀਂ ਮੌਕਾ ਸੰਭਾਲ ਲਿਆ ਨਾ ਤਾਂ ਸਾਰੀ ਸੰਗਤ ਪੰਜਾਬ ਸਮਝੋ ਵੀ ਆਉਂਦਾ ਜਿਹੜਾ ਸਮਾਂ ਨਾ ਤੁਹਾਡੇ ਨਾਲ ਹੈ। ਹੁਣ ਮੌਕਾ ਸੰਭਾਲ ਲਓ ਤੁਸੀਂ, ਤੁਹਾਨੂੰ ਬਾਬੇ ਨਾਨਕ ਨੇ ਸ਼ਹੀਦਾਂ ਨੇ ਭੇਜਿਆ ਜੇ, ਤੇ ਫਿਰ ਜਿਹੜਾ ਨਾ ਉਹ ਅਸੈਂਬਲੀ ਦੇ ਵਿੱਚ ਜਿਹੜੀ ਕੁਰਸੀ ਹੁੰਦੀ ਨਾ ਮੇਨ ਮੁੱਖ। ਬਾਬਾ ਜੀ ਮੈਂ ਤੁਹਾਨੂੰ ਦੱਸਾਂ, ਜਦੋਂ ਕਰਤਾਰਪੁਰ ਬਾਬਾ ਜੀ ਨੇ ਡਾਕੀਆ ਬਣਾ ਕੇ ਭੇਜਿਆ ਸੀ ਤੇ ਉਦੋਂ ਕਿਸੇ ਨੇ ਸੋਚਿਆ ਸੀ ਕਿ ਦਰ ਖੁੱਲ ਜਾਣਾ? ਤੇ ਜੇ ਉਸ ਗੁਰੂ ਦੀ ਤਾਕਤ ਨੂੰ ਕੋਈ ਸਮਝਦਾ ਹੀ ਨਹੀਂ ਤਾਂ ਮੈਂ ਕੀ ਕਰਾਂ? ਤੇ ਗੁਰੂ ਨੇ ਜੇ ਇਨਸਾਫ ਕਰਾਉਣਾ ਹੋਵੇ ਤੇ ਪਲ ਦੇ ਵਿੱਚ ਨਾ ਕਰਾ ਲੇ। ਉਹਨੇ ਤਾਂ 3-4 ਪੂਜਦੇ, ਮੁੱਖ ਮੰਤਰੀ ਪੂਜਦੇ, ਇਹਨਾਂ ਗੱਲਾਂ ਦੇ ਉੱਤੇ ਹੀ ਮੁੱਖ ਮੰਤਰੀ ਬਣੇ ਸੀ, ਇਹਨਾਂ ਗੱਲਾਂ ਦੇ ਉੱਤੇ ਹੀ ਲੈ ਗਏ। ਇਹ ਗੁਰੂ ਦਾ ਹੀ ਉਹ ਹੈ ਨਾ ਪ੍ਰਤਾਪ। ਤੁਹਾਨੂੰ ਦੇ ਦਿੱਤਾ ਗੁਰੂ ਨੇ। ਹਾਂਜੀ ਨਵਜੋਤ ਸਿੰਘ ਜੀ, ਜਿਸ ਦਿਨ ਤੁਸੀਂ ਵਿਧਾਨ ਸਭਾ 'ਚ ਝੋਲੀਆਂ ਅੱਡੀਆਂ ਸੀ ਨਾ, ਹਾਂਜੀ, ਕੁਝ ਮੰਤਰੀਆਂ ਨੇ, ਮੈਂ ਉਹਦੇ ਵਿੱਚ ਰੰਧਾਵਾ ਜੀ ਵੀ ਆ, ਤੁਸੀਂ ਵੀ ਆ, ਹਰਮੰਦਰ ਸਿੰਘ ਗਿੱਲ ਵੀ ਆ, ਤੇ ਤ੍ਰਿਪਤ ਸਿੰਘ ਬਾਜਵਾ ਵੀ, ਮੈਨੂੰ ਸਾਰਿਆਂ ਦੇ ਨਾਂ ਨਹੀਂ, ਖਾਸ ਕਰਕੇ ਤੁਸੀਂ ਬਹੁਤ ਆਵਾਜ਼ ਉਠਾਉਂਦੇ ਰਹੇ ਤੇ ਲੋਕ ਸਿੱਧੇ ਵੇਖ ਕੇ ਇੰਨੇ ਖੁਸ਼ ਹੋ ਰਹੇ ਸੀ ਨਾ ਵੀ ਇਹ ਕਾਂਗਰਸ ਕੁਛ ਕਰੇਗੀ। ਕੈਪਟਨ ਦੀ ਸਹੁੰ ਖਾਲ ਤੇ ਤੁਹਾਡੀ ਸਰਕਾਰ ਲੋਕਾਂ ਨੇ ਲਿਆ ਵੀ ਇਹ ਕੁਛ ਕਰਨਗੇ,
5 ਸਾਲ ਹੋ ਗਏ ਲੋਕਾਂ ਦੇ ਪੱਲੇ ਕੁਝ ਨਹੀਂ ਪਿਆ। ਕੈਪਟਨ ਵੀ ਗਏ, ਜੋ ਤੁਸੀਂ ਆਲੇ ਵੀ ਗੁਰੂ ਸਮਰੱਥ ਆ, ਕੈਪਟਨ ਵੀ ਗਿਆ। ਅਸੀਂ ਸਿੱਧੇ ਕਵਾਂਗੇ ਗੁਟਕਾ ਉਹਨੇ ਸਹੁੰ ਲੈ ਕੇ ਖਾਧੀ ਸੀ, ਕਿਉਂਕਿ ਪਹਿਲਾਂ ਜਿਹੜੇ ਪੰਥ ਦੇ ਨਾਂ ਤੇ ਜਿਨ੍ਹਾਂ ਨੇ ਸਰਕਾਰਾਂ ਰਾਜ ਭਾਗ ਨੇ ਹੁੰਦਾ, ਮੈਂ ਸਿੱਧਾ ਹੀ ਕਹਿ ਦਿੰਦਾ ਬਾਦਲ ਦਾ ਨਾਮ ਇਸ ਗੁਰੂ ਤੋਂ ਵੱਡਾ ਕੋਈ ਨਹੀਂ ਹੈ। ਉਹਦੇ ਰਾਜ 'ਚ ਸਿੱਖਾਂ ਦੇ ਨਾਲ ਉਹ ਹੋਈ ਜਿਹੜੀ ਕਿਤੇ ਵੀ ਇੱਕ ਉਹਨਾਂ ਨੇ ਆਪਦਾ ਜ਼ੁਲਮੀ ਇਤਿਹਾਸ ਕਾਇਮ ਕਰਤਾ ਉਹਨੂੰ। ਵਾਹਿਗੁਰੂ ਜਿਹੜੇ ਗੁਰੂ ਦੀ ਖਾਤਰ ਸਿੱਖ ਬੈਠੇ ਆਵਾਜ਼ ਠਾਈ ਸ਼ਾਂਤਮਈ, ਤੇ ਵੇਖੋ ਉੱਥੇ ਕੀ ਸੀਗਾ, ਅੰਮ੍ਰਿਤ ਵੇਲਾ ਸੀ, ਬਾਣੀ ਪੜ੍ਹ ਰਹੇ ਸੀ। ਬਾਣੀ ਪੜ੍ਹਦਿਆਂ ਉਹਦੇ ਉੱਤੇ ਉਹਨਾਂ ਦੇ ਇੰਨਾ ਤਸ਼ੱਦਦ ਹੋਇਆ ਜਿਹੜਾ ਰਹਿ ਰੱਬ ਦਾ ਨਾਮ। ਹੁਣ ਮੈਂ ਦੱਸਣ ਲੱਗਾ ਇੱਕ ਦੱਸੀ ਉਸ ਗੁਰੂ ਦੇ ਅੰਗ ਗੁਰੂ ਨੇ ਸਾਨੂੰ ਸੇਵਾ ਬਖਸ਼ੀ। ਇੱਕ ਪਾਲਕੀ ਚੋਂ ਅਸੀਂ ਜਾ ਕੇ ਇੱਕ ਸਿੱਖ ਦੇ ਘਰ ਰੱਖੇ ਆ, ਉਹਦੇ ਸੰਬੰਧ ਤੇ ਵੀ ਸਾਨੂੰ ਇਹਨਾਂ ਨੇ ਉਹ ਸਜ਼ਾ ਦਿੱਤੀ। ਇਹਨਾਂ ਨੇ ਵਾਰ-ਵਾਰ ਬੁਲਾ ਕੇ ਸਾਨੂੰ ਜਲੀਲ ਕੀਤਾ, ਤੇ ਲੋਕਾਂ ਨੇ ਇਹ ਆਸੀ ਲੋਕਾਂ ਨੂੰ ਵੀ ਇਹ ਸਰਕਾਰ ਕੈਪਟਨ ਜਿਹੜਾ ਹੱਥ 'ਚ ਗੁਟਕਾ ਲੈ ਕੇ ਸਹੁੰ ਖਾ ਰਿਹਾ ਵੀ ਇਹ ਕਰੂਗੀ। ਬਾਕੀ ਜਿਹੜਾ ਤੁਸੀਂ ਵਿਧਾਨ ਸਭਾ 'ਚ ਆਵਾਜ਼ ਉਠਾਈ ਫਿਰ ਵੀ ਲੋਕਾਂ ਨੂੰ ਆਸ ਸੀ, ਪਰ ਆ ਹੁਣ 4-5 ਸਾਲ ਲੱਗਣ ਦੇ ਮੁਤਾਬਕ ਹੁਣ ਇਹਦੇ ਤੇ ਫਿਰ ਸਿਆਸਤ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਫਿਰ ਸਿਆਸਤ ਹੋ ਰਹੀ ਹੈ। ਬਿਆਨ ਇਸੇ ਦੇ ਦਿੱਤੇ ਜਾ ਰਹੇ ਨੇ, ਪਰ ਨਿਆਂ ਕੋਈ ਨਹੀਂ ਸਿੱਖਾਂ ਦੇ ਪੱਲੇ। ਖੀਰ ਤੇ ਆ ਕੇ ਇਹਨੇ ਇਹ ਫੈਸਲਾ ਲਿਆ ਇੱਕ ਜੀ ਤੇ ਆਪਾਂ ਗੁਰੂ ਦੇ ਨਾਂ ਤੇ ਆਪਾਂ ਕੁਛ ਕਰੀਏ। ਅਸੀਂ ਸਾਰਿਆਂ ਨੂੰ ਆਵਾਜ਼ ਦਿੰਨੇ, ਆਓ ਭਾਈ ਗੁਰੂ ਦੇ ਨਾਂ ਤੇ ਆਪਾਂ ਕਰੀਏ। ਸਾਡਾ ਗੁਰੂ, ਜੇ ਗੁਰੂ ਪਿੱਛੇ ਨਹੀਂ ਅਸੀਂ ਕੁਛ ਕਰ ਸਕਦੇ ਤਾਂ ਫਿਰ ਅਸੀਂ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਖਸ਼ਕਾਏ। ਇਹ ਤਾਂ ਸਾਡਾ ਖਾਣਾ ਹਰਾਮ ਆ ਜੀ, ਪਹਿਨਣਾ ਹਰਾਮ ਆ ਜੀ। ਬਾਬਾ ਜੀ ਜੇ ਜ਼ੁਲਮ ਕਰਨਾ ਪਾਪ ਤੇ ਦਸਮ ਪਾਤਸ਼ਾਹ ਕਿਹਾ ਜ਼ੁਲਮ ਸਹਿਣਾ ਉਦੋਂ ਵੱਡਾ ਪਾਪ। ਮੈਂ ਇਸ ਪਾਪ ਉਹ ਕਹਿ ਰਹੇ ਉਹ ਜਿਹੜਾ ਜ਼ੁਲਮ ਸਹਿੰਦਾ ਤਾਂ ਹੀ ਇੱਥੇ ਆ ਕੇ ਬੈਠੇ ਹੈ ਜੋ ਅਖੀਰ ਤੇ ਬੈਠੇ 15 ਦਿਨ ਰਹਿ ਗਏ ਅਸੀਂ ਸਾਰੇ 20 ਦਿਨ ਵੀ। ਹੁਣ ਆਪਣਾ ਫਰਜ਼ ਬਣਦਾ ਆਪਾਂ ਆਵਾਜ਼ ਉਠਾਈਏ, ਫਿਰ ਦੁਬਾਰਾ ਸਰਕਾਰਾਂ ਬਣਾਉਣ ਨੂੰ ਇਹ ਗੁਰੂ ਦੇ ਨਾਂ ਤੇ ਤਿਆਰ ਹੋਏ ਬੈਠੇ ਆ, ਤੇ ਲੋਕਾਂ ਨੂੰ ਜਾਗਰਤ ਕਰੀਏ। ਆਓ ਭਾਈ ਇਹ ਫਿਰ ਸਾਡੇ ਨਾਲ ਉਹੀ ਕੁਛ ਫਿਰ ਕਰ ਰਿਹਾ ਵਾਰੀ ਨਾਲ। ਇੱਕ ਬਾਬਾ ਜੀ ਬੈਠੀ ਹੋ ਗੁਰੂ ਪਾਤਸ਼ਾਹ ਨੇ ਜਦੋਂ ਕੁਰਬਾਨੀ ਦਿੱਤੀ, ਪਾਤਸ਼ਾਹ ਨੇ ਕੌਤਕ ਵਰਤਾਏ ਨੇ ਭਾਣੇ। ਜਿਹੜਾ ਇਹ ਅੰਗ ਨਾ ਗੁਰੂ ਸਾਹਿਬ, ਇਹ ਉਹ ਪੈਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਪੰਜਵੇਂ ਪਾਤਸ਼ਾਹ ਨਵੇਂ ਪਾਤਸ਼ਾਹ ਨੇ ਕੌਤਕ ਭਾਣਾ ਵਰਤਾਇਆ ਸੀ। ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬੇਦੀ ਲਾ ਕੇ ਕਹਿ ਤਾਂ ਦਿੰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਦੀ ਕਰਨ ਵਾਲਾ ਕੋਈ ਜੰਮਿਆ ਨਹੀਂ ਦੁਨੀਆ ਤੇ। ਇਹ ਤਾਂ ਪਾਤਸ਼ਾਹ ਜੀ ਕਰਾਉਂਦੇ ਨੇ ਆਪ ਹੀ, ਸ਼ਬਦ ਰੋਜ਼ ਆਦੀਆਂ ਕੁਰਬਾਨੀਆਂ ਦੇ ਰਹੇ ਨੇ। ਜੇ ਗੁਰੂ ਗ੍ਰੰਥ ਸਾਹਿਬ ਦੇ ਜੇ ਸਿੱਖ ਸੀਗੇ ਬਦਲ ਕੇ ਉਹ ਸਾਰੀ ਅਕਾਲੀ ਖੋਟੀਕਾਰ ਸਰਕਾਰ ਤੇ ਉਹਨਾਂ ਫੈਸਲਾ ਨਹੀਂ ਕੀਤਾ, ਤੇ ਤਬੋ ਰਾਜ ਰਾਜੋ ਨਾਲ ਕੁਰਸੀ ਗਈ। ਜੇ ਕੈਪਟਨ ਨੇ ਵਾਅਦਾ ਕੀਤਾ ਹੱਥ ਗੁਟਕਾ ਫੜ ਕੇ ਤੇ ਉਹਨੇ ਪੂਰਾ ਨਹੀਂ ਕੀਤੇ, ਉਹੀ ਗਏ। ਹੁਣ ਉਹਨਾਂ ਦੀ ਕਿੰਨੀ ਕੁ ਕੀਮਤ ਹੈ ਕੈਪਟਨ ਦੀ, ਨਾ ਉਧਰ ਦਾ ਜਿਹੜਾ ਕਹਿੰਦੇ ਤੇ ਹੁਣ ਮੇਰੇ ਤੁਹਾਨੂੰ ਚੰਨੀ ਨੂੰ ਮੁੱਖ ਮੰਤਰੀ ਤੇ ਤੁਸੀਂ ਕਹਿੰਦੇ ਤੇ ਨਾ ਵੀ ਜਿਹੜੇ ਸਿੱਧੂ ਸਾਹਿਬ ਨੇ ਉਹ ਮੁੱਖ ਮੰਤਰੀ ਦਾ ਉਹ ਨੇ। ਨਹੀਂ ਬਿਲਕੁਲ ਨਹੀਂ ਗਾ ਜੀ। ਇਹਨਾਂ ਨੇ ਬਿਆਨ ਦੇ ਇਲੈਕਸ਼ਨ ਜੀ ਬਿਲਕੁਲ ਸਾਰਾ ਹੋਊਗਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਤੇ ਸ਼ਹੀਦਾਂ ਦੇ ਕਾਤਲਾਂ ਨੂੰ ਤੁਸੀਂ ਕਰ ਦੋਗੇ ਨਾ ਕਾਨੂੰਨ ਮੁਤਾਬਕ ਠਹਿਰੇ ਚ, ਤੇ ਮੁੱਖ ਮੰਤਰੀ ਸਾਰਾ ਪੰਥ ਕੌਮ ਪੰਜਾਬ ਤੁਹਾਡਾ ਹੋਊਗੀ ਤੇ ਸੀਮਾ ਤੁਸੀਂ ਹੋਗੇ ਜੇ। ਮੈਂ ਤੇ ਇੱਥੇ ਇਸ ਕਰਕੇ ਆਇਆ ਵੀ ਜਿਹੜੇ ਸਾਡੇ ਲੀਡਰ ਸੀ ਹਨ ਔਰ ਅੱਗੇ ਵੀ ਰਹਿਣਗੇ, ਰਾਹੁਲ ਗਾਂਧੀ ਜੀ, ਉਹ ਇੱਥੇ ਆਏ ਸੀ ਔਰ ਇੱਥੇ ਆ ਕੇ ਇਹਨਾਂ ਨਾਲ ਮੁਲਾਕਾਤ ਕਰਕੇ ਗਏ, ਹੋਰ ਥਾਂ ਤੇ ਮੁਲਾਕਾਤ ਕਰਕੇ ਗਏ, ਔਰ ਮੈਨੂੰ ਹਮੇਸ਼ਾ ਕਹਿੰਦੇ ਆ ਕਿ ਇਹ ਇਨਸਾਫ ਜ਼ਰੂਰ ਹੋਣਾ ਚਾਹੀਦਾ ਹੈ। ਮੈਂ ਉਹਨਾਂ ਦੇ ਕਹਿਣ ਤੇ ਹਮੇਸ਼ਾ ਆਵਾਜ਼ ਚੁੱਕਦਾ ਰਿਹਾ, ਔਰ ਸੱਚੀ ਗੱਲ ਪੁੱਛੋ ਮੈਨੂੰ ਐ ਲੱਗਦਾ ਯਾਰ ਜੇ ਤੇ ਗੁਰੂ ਦੇ ਹੋ ਸਕੇ ਤੇ ਫਿਰ ਤੇ, ਨਹੀਂ ਤੇ ਕੱਖ ਤੇ ਨਹੀਂ ਹੈ। ਕੀ ਹੈ ਮੈਨੂੰ ਦੱਸੋ ਨਾ। ਚਲੋ ਅਸੀਂ ਗੁਰੂ ਨੂੰ ਮਨਫੀ ਕਰ ਦਈਏ। ਮੈਂ ਵਿਧਾਨ ਸਭਾ 'ਚ ਗਿਆ ਸੀ, ਆਪਣੀ ਜ਼ਿੰਦਗੀ ਸਾਡੀ ਜ਼ਿੰਦਗੀ 'ਚ ਹੈ ਕੀ ਭਾਈ? ਰਾਜ ਮਿਲਿਆ ਤੁਹਾਨੂੰ? ਹਾਂਜੀ ਨਹੀਂ ਮੈਨੂੰ ਜਿੱਦਣ ਨਿਰਣਾ ਲੈਣ ਦੀ ਕੋਈ ਤਾਕਤ ਹੋਵੇ ਨਾ, ਤੇ ਮੈਂ ਤੇ ਇੱਕ ਦਿਨ ਨਾ ਪੈਣ ਦਿਆਂ ਬਾਬਾ ਜੀ। ਮੈਂ ਤੁਹਾਨੂੰ ਫੇਰ ਕਹਿ ਰਿਹਾ ਇੱਕ ਦਿਨ ਨਾ ਪੈਣ ਦਿਆਂ। ਮੈਂ ਤੇ ਬਾਰ-ਬਾਰ ਕਹਿੰਦਾ ਰਿਹਾ, ਉਦੋਂ ਵੀ ਕਹਿੰਦਾ ਰਿਹਾ, ਹੁਣ ਵੀ ਕਹਿੰਦਾ ਰਿਹਾ, ਹਾਲਾਂਕਿ ਮੇਰੇ ਨਾਲ ਨਾਰਾਜ਼ ਹੋ ਜਾਂਦੇ, ਪਰ ਮੈਂ ਇਹ ਕਹਿੰਦਾ ਕਿ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ, ਇਹ ਕਿਸੇ ਇੱਕ ਬੰਦੇ ਦਾ ਮਸਲਾ ਨਹੀਂ, ਇਹ ਤੇ ਮਤਲਬ ਸਾਰੀ ਸ੍ਰਿਸ਼ਟੀ ਦਾ ਮਸਲਾ ਮਹਾਰਾਜ। ਇਹ ਤੇ ਕੋਈ ਹੋਵੇ, ਚਾਹੇ ਜਿੱਥੇ ਧਰਮ ਦਾ ਸਤਿਕਾਰ ਨਹੀਂ, ਜਿੱਥੇ ਧਰਮ ਦੇ ਸੌਦੇ ਹੋਣ, ਉੱਥੇ ਤੁਸੀਂ ਮੈਨੂੰ ਦੱਸੋ ਉੱਥੇ ਕੋਈ ਕਿਵੇਂ ਖੜੇ?
ਪ੍ਰਧਾਨ ਜੀ ਦਾ ਤੂੰ ਇਹ ਕਹਿ ਵੀ ਸਾਡੇ ਵਾਸਤੇ ਨਹੀਂ, ਪੰਜਾਬ ਸਰਕਾਰ ਨੇ ਵਾਸਤੇ ਹੈ ਹੀ ਆ। ਜੇ ਵਾਸਤੇ ਨਾ ਹੋਵੇ ਤੁਸੀਂ ਕਿਹਾ ਸੀ ਵੀ ਜੇ ਮੋਦੀ ਨਹੀਂ ਦੇ ਵਾਸਤੇ ਨਹੀਂ ਕਰ ਸਕਦੇ। ਮੇਰੀ ਗੱਲ ਨੂੰ ਸੁਣੋ ਤੇ ਆ ਬਹਿ ਗਿਆ ਆ ਬਸ ਫਿਰ ਬਾਬਰ ਆਪਾਂ ਧਰਨਾ ਸ਼ੁਰੂ ਮੇਰੀ ਗੱਲ ਨੂੰ ਸੁਣੋ, ਤੁਸੀਂ ਇੱਕ ਗੱਲ ਨੂੰ ਧਿਆਨ ਨਾਲ ਸਮਝੋ ਕਿ ਮੈਂ ਤੇ ਅੱਜ ਸਮਰਥਨ ਹੀ ਕਰਨ ਆਇਆ ਨਾ ਜੀ, ਹਾਂਜੀ ਪੂਰੀ ਤਰ੍ਹਾਂ ਸਮਰਥਨ ਕਰਨ ਆਇਆ। ਹੋਰ ਕੋਈ ਆਇਆ ਹੋਵੇ ਤੇ ਮੈਨੂੰ ਦੱਸੋ, ਤੇ ਮੈਂ ਆਇਆ ਨਾ ਕਿਉਂਕਿ ਮੈਨੂੰ ਪਤਾ ਹੈ ਕਿਸੇ ਪਾਰਟੀ ਦਾ ਮਤਲਬ ਨਹੀਂ ਹੈ। ਚਲੋ ਅਸੀਂ ਤੁਹਾਨੂੰ ਜੀ ਆਇਆਂ ਨੇ ਕਹਿੰਦੇ ਤੁਸੀਂ ਆਏ। ਇਹ ਪੰਜਾਬੀਅਤ ਦਾ ਮਤਲਬ ਹੈ। ਇੱਥੇ ਪੰਜਾਬ ਦਾ ਮਸਲਾ ਹੈ, ਇੱਥੇ ਸਾਡੀ ਅਣਖ, ਸਾਡੀ ਹੋਂਦ, ਸਾਡੀ ਸਾਫੇ ਦਾ ਮਸਲਾ ਹੈ। ਸਾਡੇ ਮਾਂ-ਬਾਪ ਤੋਂ ਉੱਤੇ ਉਹੀ ਤੇ ਸਾਡੇ ਮਾਪੇ, ਮੇਰੇ ਮਾਂ-ਬਾਪ ਤੋਂ ਜਾਣ ਤੋਂ ਬਾਅਦ ਮੈਂ ਤੇ ਗੁਰੂ ਨੂੰ ਆਪਦਾ ਮਾਂ-ਬਾਪ ਮੰਨਦਾ ਭਾਈ। ਤੇ ਜਿਹੜਾ ਬੰਦਾ ਮਾਂ-ਬਾਪ ਦਾ ਨਾ ਹੋਇਆ ਫਿਰ ਕਿਹਦਾ ਹੋਊ? ਕਿਹਦਾ ਹੋਊ? ਮੇਨ ਗੱਲ ਤਾਂ ਆਹੀ ਹੈ। ਹੈ ਫਿਰ ਕਿਹਦਾ ਹੋਊ? ਇਸ ਕਰਕੇ ਦੇਖੋ ਮੈਂ ਫਿਰ ਇਹ ਚੇਤਾ ਕਰਾਉਣ ਆਇਆ ਕਿ ਭਾਈ ਉੱਥੇ ਤੇ ਲੋਕਾਂ ਨੇ ਹੋਣ ਨਹੀਂ ਦਿੱਤੀ, ਲੋਕ ਪਹਿਰੇਦਾਰ ਬਣੇ ਆ ਲੋਕਤੰਤਰ ਦੇ। ਲੋਕ ਹੁਣ ਵੀ ਬਣ ਗਏ ਜੀ, ਬਣ ਗਏ ਅੱਗੇ ਤੋਂ ਲੋਕਾਂ ਨੇ ਰਾਹ ਬਣਾ ਲਿਆ ਹੈ। ਮਤਲਬ ਦੇਖੋ ਅਦਾਲਤਾਂ ਦੇ ਵਿੱਚ ਫੈਸਲੇ ਜਿਹੜੇ ਹੁੰਦੇ ਆ ਉਹ ਤਰਕ ਤੇ ਹੁੰਦੇ ਆ, ਸਬੂਤਾਂ ਤੇ ਹੁੰਦੇ ਆ, ਹੋਰਾਂ ਚੀਜ਼ਾਂ ਤੇ ਹੁੰਦੇ ਆ। ਕਿਹੜਾ ਵਕੀਲ ਤੁਸੀਂ ਖੜਾ ਕਰਦੇ ਹੋ, ਕੋਈ ਗੱਲ ਨਹੀਂ, ਕਿਹੜਾ ਵਕੀਲ ਤੁਸੀਂ ਖੜਾ ਕਰਦੇ ਹੋ, ਕਿਹਨੂੰ ਤੁਸੀਂ ਖੜਾ ਕਰਦੇ ਹੋ, ਕੀ ਹੈ ਕੀ ਨਹੀਂ, ਸਮਝੋ ਮੇਰੀ ਗੱਲ ਨੂੰ ਸਮਝੋ। ਲੇਕਿਨ ਲੋਕਾਂ ਦੀ ਅਦਾਲਤ ਵੀ ਹੈਗੀ, ਹਾਂਜੀ ਹਾਂਜੀ ਲੋਕਾਂ ਦੀ ਕਚਹਿਰੀ ਨੇ 2-3 ਮੁੱਖ ਮੰਤਰੀ ਲਾਤੇ ਬਿਲਕੁਲ ਜੀ। ਇਸੇ ਮੁੱਦੇ ਤੇ। ਗਰਮ ਪਿਆ ਗਰਮ ਭਾਜੀ ਅੰਦਰ। ਸੋ ਇਸ ਕਰਕੇ ਮੈਂ ਭਾਈ ਇਹ ਵੀ ਸਮਰਥਨ ਕਰਦਾ ਔਰ ਇਹ ਵੀ ਕਹਿਣਾ ਵੀ ਨੌਕਰੀ ਇਸ ਬੱਚੇ ਨੂੰ ਮਿਲਣੀ ਚਾਹੀਦੀ ਹੈ। ਔਰ ਇੱਕ ਪ੍ਰਧਾਨ ਜਦੋਂ ਗੱਲ ਕਹਿੰਦਾ ਮੈਂ ਵੱਡਾ ਭਰਾ ਬਣ ਕੇ ਵੀ ਕਹਿਣਾ, ਔਰ ਮੈਂ ਇਹ ਤੇਰੀ ਫਰਿਆਦ ਲੈ ਕੇ ਜਾਊਂ। ਕੀ ਗੱਲ ਅਗਰ ਕਿਸੇ ਇਹਦੇ ਲਈ ਜਾ ਕੇ ਅਸੀਂ ਉਹੀ ਤੁਹਾਡੇ ਮਾਤਰਕਾਂ ਨੂੰ ਮਿਲੇ, ਉਹੀ ਅੱਜ ਦੇ ਡਿਪਟੀ ਸੀਐਮ ਨੂੰ ਸਪੈਸ਼ਲ ਜਾ ਕੇ ਮਿਲਿਆ ਮੈਂ ਵੀ ਆਹ ਮੁੰਡਾ ਸਹੀ ਹੋ ਗਿਆ, ਤੁਰਨ ਲਾ ਕੇ ਇਹਨੂੰ ਨੌਕਰੀ ਲਾ ਦਿਓ। ਉਹੀ ਡਿਪਟੀ ਸੀਐਮ ਦਾ ਉਦੋਂ ਇਹ ਹੁੰਦਾ ਸੀ ਵੀ ਅਸੀਂ ਕਰ ਦਿਆਂਗੇ, ਸਾਡੇ ਹੱਥ ਕੁਛ ਨਹੀਂ ਹੈ। ਕਹਿੰਦਾ ਮੈਂ ਮਾਰਕੀਟ 'ਚ ਨੌਕਰੀ ਦੇ ਸਕਦਾ, ਮੈਂ ਮੂੰਹ ਤੇ ਗੱਲ ਕਹਿਣ ਨੂੰ ਤਿਆਰ ਹਾਂ। ਕਿੰਨੀ ਤਨਖਾਹ ਹੋਊਗੀ? ਕਹਿੰਦਾ ਸੰਗਰੂਰ ਲਾ ਦੇਣਾ 8000 ਰੁਪਏ ਤਨਖਾਹ ਹੋਊਗੀ। ਤੁਰਿਆ ਉਹ ਤੋਂ ਜਾਂਦਾ ਨਹੀਂ, ਖਰੋੜੀਆਂ ਤੇ ਅੱਗੇ ਤੁਰਦਾ ਸੀ ਉਹ। 8000 ਤਨਖਾਹ ਦੇ ਕੇ ਇਹਦਾ ਖਰਚਾ ਪੂਰਾ ਕਿੱਥੋਂ ਹੋਣਾ ਸੀ? ਪਿੰਡ ਇਹਦਾ ਹੈਗਾ 70 ਕਿਲੋਮੀਟਰ 80 ਕਿਲੋਮੀਟਰ ਪਾਸੇ। ਨਵਜੋਤ ਸਿੰਘ ਜੀ ਤੁਹਾਡੇ ਡਿਪਟੀ ਮੁੱਖ ਮੰਤਰੀ ਨੇ ਗੱਲ ਕਹੀ ਆ, ਉਹਨਾਂ ਦੀ ਕਹੀ ਆ ਜ਼ੁਬਾਨੀ, ਉਹ ਕਹਿੰਦੇ ਆ ਜੇ ਅਸੀਂ ਬੇਅਦਬੀ ਦਾ ਇਨਸਾਫ ਨਾ ਲੈ ਕੇ ਦਈਏ ਤੇ ਸਾਡੀ ਹਾਲਤ ਵੀ ਤਕਰੀਰਾਂ ਪਹਿਲੇ ਵਾਲੀ ਵਰਗੀ ਹੋਵੇ। ਉਦੋਂ ਮਾੜੀ ਹੋਣੀ ਹੈ। ਵੇਖੋ ਜਿਹੜਾ ਬੰਦਾ ਮੁੱਖ ਚੋਂ ਕਹਿੰਦਾ ਨਾ ਕੁਸ਼ੋ ਭਾਵਨਾ ਨਾਲ ਉਹਦਾ ਵਜਨ ਪੂਰਾ ਹੁੰਦਾ। ਅਸੀਂ ਤੇ ਇਹੀ ਆਣੇ ਆ ਵੀ ਮਹਾਰਾਜ ਜੇ ਇਹਨਾਂ ਨੇ ਜਿਹੜੇ ਇੱਕ ਕਿਹਾ ਗੱਲ ਇਹਨਾਂ ਦੇ ਇਹੀ ਪੂਰੇ ਕਰ ਦਿਓ, ਉਹਦੇ ਵਰਗੇ ਹੀ ਕਰ ਦਿਓ ਉਹਨਾਂ ਨੂੰ। ਜੇ ਇਹਨਾਂ ਨੇ ਇੱਕ ਕਿਹਾ ਬਚਨ ਇਹਨਾਂ ਦਾ ਹੀ ਪੂਰਾ ਕਰ ਦਿਓ। ਅਸੀਂ ਇਹੀ ਕਿਸੇ ਨੂੰ ਟਾਈਮ ਨਹੀਂ ਦਿੰਦਾ ਸੀ ਤੇ ਅੱਜ ਲੋਕਾਂ ਦੇ ਘਰਾਂ ਜੇ ਕਰ ਦਿੰਦੇ ਆ ਫਿਰ ਲੋਕ ਇਹਨਾਂ ਦੇ ਨਾਲ ਹੋਣਗੇ। ਕਿਹੜੀਆਂ ਗੱਲਾਂ ਤੋਂ? ਆਹੀ ਗੱਲਾਂ ਤੋਂ, ਆ ਬੇਅਦਬੀ ਕਰਕੇ ਹੀ। ਕਿਸੇ ਨੂੰ ਟਾਈਮ ਨਹੀਂ ਦਿੱਤਾ ਇਹ ਉਹਨੇ। ਵੀ ਵੇਖਣ ਵਾਲੀ ਗੱਲ ਆ। ਹੁਣ ਜੇ ਇੱਥੋਂ ਇਨਸਾਫ ਨਹੀਂ ਹੁੰਦਾ ਤੇ ਆ ਜਿਹੜੇ ਦਰਬਾਰ ਸਾਹਿਬ ਜਾਵੜਿਆ, ਕਪੂਰਥਲੇ ਗਿਆ, ਇਹ ਤਾਂ ਹੀ ਹੌਸਲਾ ਪਈ ਜਾਂਦਾ। ਤੇ ਬਣੂਗਾ ਜੀ ਜੇ ਨਾਲ ਦੀ ਨਾਲ ਲੋਕਾਂ ਨੇ ਲਹਿਰ ਇਨਸਾਫ ਹੁੰਦਾ ਤੇ ਫਿਰ ਜ਼ਰੂਰੀ ਆ। ਕਿਵੇਂ ਹੌਸਲਾ ਉਹ ਜੋ ਕੁਝ ਉੱਥੇ ਹੋਇਆ, ਹਾਂਜੀ ਜੇ ਲੋਕਾਂ ਨੇ ਇਹ ਕੀਤਾ ਹੈ ਤੇ ਲੋਕਾਂ ਨੂੰ ਸਿਸਟਮ ਤੇ ਭਰੋਸੇਯੋਗ ਤਾਂ ਹੈ ਨਹੀਂ, ਤਾਂ ਹੀ ਤੇ ਬਾਅਦ ਚ ਤਾਂ ਮੰਦਬੁੱਧੀ ਬਣ ਕੇ ਬਾਹਰ ਆਉਣਾ ਸੀ। ਲੁਧਿਆਣੇ ਤੋਂ ਬੰਦਾ ਚੱਲ ਕੇ ਜਾਂਦਾ ਤਖਤ ਸਾਹਿਬ ਤੇ ਜਾ ਕੇ ਉੱਥੇ ਬੀੜੀ ਦਾ ਧੂਆਂ ਮਾਰਦਾ। ਗ੍ਰਿਫਤਾਰੀ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਹਿੰਦੀ ਵੀ ਮੰਦਬੁੱਧੀ ਆ। ਆ ਪਹਿਲਾਂ ਲਿਖਾਈ ਪੜਦਾ ਡਾਕਟਰ ਤੋਂ ਉਹ ਮੰਦਬੁੱਧੀ ਹੈ ਨਾ। ਜਦੋਂ ਚੱਲ ਕੇ ਜਾਵੜਾ ਰਾਹ 'ਚ ਉਹਦਾ ਐਕਸੀਡੈਂਟ ਨਹੀਂ ਹੁੰਦਾ, ਰਾਹ 'ਚ 100 ਕੁਛ ਚੱਲਦਾ, ਉਦੋਂ ਨਹੀਂ ਉਹਨੂੰ ਕੁਛ ਹੋਇਆ। ਜਦੋਂ ਤੇ ਗ੍ਰਿਫਤਾਰ ਹੁੰਦਾ ਉਦੋਂ ਮੰਦਬੁੱਧੀ ਹੋ ਜਾਂਦਾ। ਕੱਲ ਵਾਲੇ ਕਪੂਰਥਲੇ ਵਾਲੇ 'ਚ ਵੀ ਬਿਆਨ ਬਹੁਤ ਘਟੀਆ ਆਈ ਜਾਂਦਾ ਉਸ ਦਾ ਪ੍ਰਸ਼ਾਸਨ ਦਾ। ਕੀ ਆਈ ਜਾਂਦਾ ਕਿ ਚੋਰੀ ਕਰਨ ਆਇਆ ਸੀ ਗੁਰਦੁਆਰੇ। ਤੁਸੀਂ ਲਾਸ਼ ਨੂੰ ਸਵਾਲ ਕੀਤਾ ਚੋਰੀ ਕਰਨ ਆਇਆ ਸੀ, ਉਹਨੇ ਜਵਾਬ ਦਿੱਤਾ ਤੁਹਾਨੂੰ ਉਹ ਚੋਰੀ ਕਰਨ ਆਇਆ ਸੀ। ਜਦੋਂ ਤੁਹਾਡੇ ਮਾਰ ਕੇ ਮੂਹਰੇ ਰੱਖਤਾ ਉਹ ਕਹਿੰਦੇ ਚੋਰੀ ਕਰਨ ਆਇਆ ਸੀ, ਕਿਹਨੇ ਮਾਰਤਾ? ਇਹ ਘਟੀਆ ਗੱਲਾਂ ਜਿਹੜੀਆਂ ਇਹ ਲੋਕਾਂ ਨੂੰ ਉਧਰ ਤੋੜ ਰਹੀਆਂ। ਕਾਨੂੰਨ ਹੱਥ 'ਚ ਲੈਣ ਵਾਲੇ ਕਹਿੰਦੇ ਨਾ ਕਾਨੂੰਨ ਦੇ ਹੱਥ ਲੰਬੇ ਆ, ਪਰ ਸਾਨੂੰ 6 ਸਾਲਾਂ ਤੋਂ ਕਾਨੂੰਨ ਦੇ ਹੱਥ ਦਿਸੇ ਹੀ ਨਿਕਲੇ ਨਹੀਂ ਦਿਸੇ, ਲੰਬੇ ਦਾ ਦੂਰ ਦੀ ਗੱਲ। ਇੱਕ ਨਵਜੋਤ ਸਿੰਘ ਜੀ ਜੇ ਤੁਸੀਂ ਜਾਣੇ ਨਾ ਸਾਡੇ ਹੱਥ ਵਸ ਕੁਛ ਨਹੀਂ ਜੀ। ਨਹੀਂ ਮੇਰੇ ਹੱਥ ਵਸ ਜੇ ਦੇਖੋ, ਜੇ ਹੱਥ ਵਸੀ ਕੁਝ ਨਾ ਹੁੰਦਾ ਤੇ ਆਵਾਜ਼ਾਂ ਚੱਕਦੇ। ਜੋ ਜਿੰਨਾ ਅਖਤਿਆਰ ਦਿੱਤਾ ਹੈ ਉਹਨਾਂ ਅਖਤਿਆਰ ਵਰਤਿਆ, ਜਿੰਨਾ ਅਖਤਿਆਰ ਜਿੰਨੀ ਤਾਕਤ ਦਿੱਤੀ ਉਹ ਉਦੋਂ ਵੱਧ ਵਰਤਿਆ। ਆਪਦੇ ਉਹਦੇ ਦਾਅ ਤੇ ਲਾ ਕੇ ਵਰਤਿਆ, ਭੁਗਾ ਮਾਰ ਕੇ ਵਰਤਿਆ। ਠੀਕ ਹੈ ਕਿ ਨਹੀਂ? ਔਰ ਮਤਲਬ ਆਪਣੀ ਸੀਮਾ ਤੋਂ ਬਾਹਰ ਜਾ ਕੇ ਵਰਤਿਆ। ਲੇਕਿਨ ਮੇਰੇ ਕੋਲ ਤੇ ਐਡਮਿਨਿਸਟ੍ਰੇਟਿਵ ਪਾਵਰ ਹੈ ਨਹੀਂ। ਮੈਂ ਤੇ ਇੱਕ ਪਾਰਟੀ ਦਾ ਪ੍ਰਧਾਨ ਆ, ਜਨਰਲ ਸੈਕਟਰੀ ਲਾ ਸਕਦਾ, ਸੰਗਠਨ ਬਣਾ ਸਕਦਾ। ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਇਹਦਾ ਮੈਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕਦਾ, ਲੋਕਾਂ ਦਾ
ਲੋਕਾਂ ਦਾ ਜਿਹੜਾ ਬਲਬਲਾ ਹੈ, ਉਹਨਾਂ ਦੀ ਆਤਮਾ ਦੀ ਆਵਾਜ਼, ਕਿਉਂਕਿ ਇਹ ਆਤਮਾ ਤੇ ਆਘਾਤ ਹੈ, ਉਹਨੂੰ ਬੁਲੰਦ ਕਰ ਸਕਦਾ। ਮੈਂ ਕਰ ਰਿਹਾ ਔਰ ਕਰਦਾ ਰਹੂੰਗਾ ਔਰ ਅਖੀਰ ਤੱਕ ਮੈਂ ਗੁਰੂ ਦਾ ਕੂਕਰ ਹੋ ਕੇ ਹੀ ਰਹੂੰ, ਅਸੀਂ ਵੀ ਕਿਉਂਕਿ ਮੇਰੀ ਵਫਾ ਉਹਦੇ ਨਾਲ। ਅਸੀਂ ਵੀ ਆਵਾਜ਼ਾਂ ਬੁਲੰਦ ਕਰੀ ਜਾਂਦੇ। ਦੇਖੋ ਨਵਜੋਤ ਸਿੰਘ ਜੀ, ਤੁਸੀਂ ਤੁਹਾਡੇ ਐਮਐਲਏ ਕਰਕੇ ਤੇ ਇਹ ਇਸ ਟਾਈਮ ਜਿਹੜਾ ਚੰਨੀ ਮੁੱਖ ਮੰਤਰੀ ਆ, ਤੁਹਾਡੇ ਹੱਥ ਸਾਰਾ ਕੁਝ ਆ। ਚੰਨੀ ਅੱਜ ਤੁਸੀਂ ਪਾਸੇ ਕਰ ਸਕਦੇ ਹੋ? ਨਹੀਂ, ਉਹ ਰਾਹੁਲ ਜੀ ਨੇ ਕੀਤਾ, ਉਹਨੂੰ ਮੁੱਖ ਮੰਤਰੀ ਵੀ ਉਹਨਾਂ ਨੇ ਮੁੱਖ ਮੰਤਰੀ ਤਾਂ ਤੁਸੀਂ ਮੁੱਖ ਜੇ ਪ੍ਰਧਾਨ ਜੇ। ਪ੍ਰਧਾਨ ਤਾਂ ਪ੍ਰਧਾਨ ਤੋਂ ਬਾਅਦ ਮੁੱਖ ਮੰਤਰੀ। ਮੈਂ ਤੇ ਪਹਿਲੇ ਰਾਹੁਲ ਜੀ ਨੇ ਮੁੱਖ ਮੰਤਰੀ ਉਹਨਾਂ ਨੂੰ ਲਾਇਆ ਤੇ ਉਹ ਰਾਹੁਲ ਜੀ ਦੇ ਮਨ ਦੇ ਵਿੱਚ ਸੀਗੀ ਆਪਣਾ ਬਲਬਲਾ ਸੀਗਾ ਜੀ। ਰਾਹੁਲ ਸਾਹਿਬ ਇੱਥੇ ਆਏ ਪੂਰਾ ਬਲਬਲਾ ਸੀ, ਅੱਜ ਵੀ ਹੈ, ਰਾਹੁਲ ਵੀ ਰਹੂ। ਚੰਨੀ ਸਾਹਿਬ ਨੂੰ ਰਾਹੁਲ ਜੀ ਨੇ ਲਾਇਆ ਜੀ, ਮੁੱਖ ਮੰਤਰੀ ਲਾਇਆ ਉਹਨਾਂ ਨੇ, ਮੁੱਖ ਮੰਤਰੀ ਰਾਹੁਲ ਜੀ ਨੇ ਲਾਇਆ ਚੰਨੀ ਸਾਹਿਬ ਨੂੰ ਜੀ। ਤੇ ਉਹ ਫਿਰ ਬੇਅਦਬੀ ਦਾ ਇਨਸਾਫ ਵੀ ਦੋ, ਰਾਹੁਲ ਸਾਹਿਬ ਕਹਿਣ ਨੂੰ ਚੰਨੀ ਸਾਹਿਬ ਨੂੰ ਵੀ ਇਨਸਾਫ ਦਿਓ ਜੀ। ਹਮੇਸ਼ਾ ਹੀ ਕਹਿੰਦੇ ਆ, ਮੈਨੂੰ ਵੀ ਕਹਿੰਦੇ ਕਿ ਹੁਣ ਚੰਨੀ ਸਾਹਿਬ ਫਿਰ ਇਨਸਾਫ ਦਿਓ ਜੀ। ਦੇਖੋ ਆਪਾਂ ਸਾਰੇ ਇੱਕੋ ਹੀ ਲੜਾਈ ਲੜ ਰਹੇ ਹਾਂ, ਸਮਝਿਆ ਨਹੀਂ? ਤੇ ਜਿਹੜੇ ਰਲ ਮਿਲ ਕੇ ਇਸ ਲੜਾਈ ਨੂੰ ਡਿਫਿਊਜ਼ ਕਰ ਰਹੇ ਆ, ਉਹ ਕਿਤੇ ਬਚੇ ਆ? ਜੋ ਇਹਨਾਂ ਨੇ ਕਿਹਾ, ਜੋ ਮੈਂ ਕਿਹਾ, ਜੋ ਭਾਈ ਇਸ ਪਾਕ ਪਵਿੱਤਰ ਗੁਰੂ ਜਿਨੇ ਸਾਨੂੰ ਪੀੜ੍ਹੀ ਦਰ ਪੀੜ੍ਹੀ ਸੇਧ ਦੇਣੀ ਹੈ, ਜੇ ਇਹਦੇ ਤੇ ਸਿਆਸਤ ਹੋਊ। ਮੈਂ ਕਰਤਾਰਪੁਰ ਗਿਆ ਸੀ, ਕੋਈ ਸਿਆਸਤ ਕੀਤੀ? ਲੱਖਾਂ ਲੋਕਾਂ ਨੇ ਤਾਨੇ ਚੁੱਕੇ, ਕਿਹਾ ਕੁਛ ਤੇ ਅਸੰਭਵ ਸੀ ਜਿਹੜਾ ਉਹ ਗੁਰੂ ਨੇ ਸੰਭਵ ਕੀਤਾ, ਤੁਹਾਡੀਆਂ ਅਰਦਾਸਾਂ ਨੇ ਸੰਭਵ ਕੀਤਾ। ਤੁਸੀਂ ਯਾਦ ਰੱਖਣਾ, ਇਹ 3-4 ਜਿੰਨੇ ਵੀ ਹੈ ਨਾ, ਸਫਾਇਆ ਹੋਣਾ ਸਾਰਿਆਂ ਦਾ, ਔਰ ਫਿਰ ਇੱਕ ਦਿਨ ਪੰਜਾਬ ਨੇ ਸਾਫ਼ ਹੋ ਕੇ ਉੱਪਰਨਾ। ਇਹ ਗੁਰੂ ਦੀ ਮਰਜ਼ੀ ਹੈ, ਮੇਰੀ ਗੱਲ ਯਾਦ ਰੱਖਣਾ। ਐਤਕੀ ਇਹ ਪਵਿੱਤਰ ਧਰਤੀ, ਗੁਰੂਆਂ ਪੀਰਾਂ ਦੀ ਧਰਤੀ ਆਪਣਾ ਵਾਰਿਸ ਆਪ ਚੁਣੇਗੀ, ਗੁਰੂ ਚੁਣਵਾਏਗਾ। ਮੇਰੀ ਗੱਲ ਯਾਦ ਰੱਖਣਾ, ਮੈਂ ਇੱਥੇ ਹੀ ਖਤਮ ਕਰਦਾ ਇਸ ਗੱਲ ਨੂੰ। ਇਹ ਆਪਣਾ ਵਾਰਿਸ ਖੁਦ ਚੁਣੇਗੀ ਔਰ ਵਕਤ ਆ ਗਿਆ। ਨਾ ਮੈਂ ਡਰਾਂ, ਨਾ ਮੈਂ ਝੁਕਾਂ। ਜਦੋਂ ਮੈਨੂੰ ਪਤਾ ਵੀ ਮੈਂ ਸੱਚ ਦੇ ਮਾਰਗ ਤੇ ਕੰਡੇ ਵੀ ਹੋਣਗੇ, ਮੈਂ ਤੁਰ ਜੂ। ਸਮਝਿਆ ਨਹੀਂ? ਨੈਤਿਕਤਾ ਨਾਲ ਮੈਂ ਕੋਈ ਸਮਝੌਤਾ ਨਹੀਂ ਕਰਦਾ, ਉਹਦਿਆਂ ਦਾ ਮੈਨੂੰ ਕੋਈ ਲਾਲਚ ਨਹੀਂ। ਮੈਨੂੰ ਤਾਂ ਇੱਕੋ ਹੀ ਉਹ ਹੈ। ਉਦੋਂ ਵੀ ਜਦੋਂ ਕਿਹਾ ਸੀ ਅੰਮ੍ਰਿਤਸਰ ਛੱਡਦੇ ਸਿੱਧੂ, ਤੇ ਸਿੱਧੂ ਨੇ MP ਗਿਰੀਆਂ ਤੇ ਮੰਤਰਾਲੇ ਛੱਡਦੇ, ਅੰਮ੍ਰਿਤਸਰ ਨਹੀਂ ਛੱਡਿਆ। ਤੇ ਮੈਂ ਅੱਜ ਵੀ ਗੁਰੂ ਦਾ ਕੂਕਰ ਆ, ਉਹਦੇ ਦਰ ਤੇ ਆ, ਤੇ ਉਹਦੇ ਦਰ ਦਾ ਹੀ ਵਫਾਦਾਰ ਰਹੂੰ। ਬਾਕੀ ਕੱਖ ਨਹੀਂ ਚਾਹੀਦਾ ਮੈਨੂੰ। ਇੱਕ ਗੱਲ ਹੋਰ ਇੱਕ ਆਪਾਂ ਸਾਰਿਆਂ ਨੂੰ ਪਤਾ ਵੀ ਬੇਅਦਬੀ ਜਿਹੜੀ ਕਰਾਈ ਆ, ਸਰਸੇ ਵਾਲੇ ਨੇ ਕਰਾਈ ਆ। ਅੱਜ ਵੀ ਤੁਹਾਡੀ ਪਾਰਟੀ ਦੇ ਨੁਮਾਇੰਦੇ MLA ਬਣੇ ਹੋਏ ਆ, ਕੁਛ ਕੁ ਬਣਨ ਦੀ ਇੱਛਾ ਰੱਖਦੇ ਆ, ਅੱਜ ਵੀ ਉਹਦੇ ਡੇਰੇ ਤੇ ਜਾ ਕੇ ਵੋਟਾਂ ਮੰਗਦੇ ਆ। ਜਾਂ ਤੁਹਾਨੂੰ ਦੋਸ਼ੀਆਂ ਦੀ ਕਤਾਰ 'ਚ ਖੜਾ ਦੇਖੋ ਵੀ ਦੋਸ਼ੀਆਂ ਦੀ ਕਤਾਰ 'ਚ ਹੈ ਤੇ ਦੋਸ਼ੀ ਹੈ, ਤੇ ਫਿਰ ਵੋਟਾਂ ਮੰਗਣਾ ਉਹ ਰਾਜਨੀਤੀ ਨਹੀਂ ਤਾਂ ਹੋਰ ਕੀ ਹੈ ਜੀ। ਸਾਡੇ ਲਈ ਤਾਂ ਪੂਰਾ ਦਾਗੀ ਆ ਉਹ, ਭਾਵੇਂ ਪੂਰੇ ਪੰਜਾਬ 'ਚ ਕਿਉਂ ਨਾ ਹੋਵੇ, ਪੂਰੇ ਦੇਸ਼ 'ਚ ਕਿਉਂ ਨਾ ਹੋਵੇ, ਉਹਦਾ ਡੇਰੇ ਦਾ ਪੈਰੋਕਾਰ ਜਾਂ ਡੇਰਾ ਸਾਡੇ ਲਈ ਤਾਂ ਦਾਗੀ ਹੈ ਨਾ, ਸਾਡੇ ਲਈ ਤਾਂ ਦੋਸ਼ੀ ਹੈ। ਤੇ ਕਾਂਗਰਸ ਸਰਕਾਰ ਇਸ ਤੇ ਕਿਉਂ ਨਹੀਂ ਕਹਿੰਦੀ ਗਈ ਬਈ ਉਹ ਤੂੰ ਭਾਈ ਉਹਨਾਂ ਦੇ ਡੇਰੇ ਗਿਆ ਹੀ ਕਿਉਂ? ਮੀਟਿੰਗ ਰੱਖਣੀ ਆ, ਉਹ ਡੇਰੇ ਤੋਂ ਬਾਹਰ ਵੀ ਰੱਖੀ ਜਾ ਸਕਦੀ ਆ, ਗੱਲਬਾਤ, ਵੋਟਾਂ ਮੰਗਣੀਆਂ, ਧਰਮਸ਼ਾਲਾ ਬਣੀਆਂ, ਕੋਈ ਹੋਰ ਬਣੇ, ਉੱਥੇ ਜਾ ਕੇ ਮੰਗ ਲਓ। ਜ਼ਰੂਰੀ ਉਹਦਾ ਡੇਰਾ ਚਾਹੁੰਦਾ? ਬੇਟਾ ਜੋ ਕਿਹਾ, ਇਹ ਆਵਾਜ਼ ਪੂਰੀ ਦੁਨੀਆ 'ਚ ਬੁਲੰਦ ਕਰ ਦਿਓ ਬੁਲੰਦ। ਇਹ ਸੱਚ ਦੀ ਆਵਾਜ਼ ਆ। ਇਹ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਦਾ ਜੈਕਾਰ। ਬਸ ਜੈ ਜੈਕਾਰ ਧਰਮ ਦੀ ਹੈ। ਜਥਾ ਧਰਮਾ ਤਥਾ ਵਿਜੇ, ਜਿੱਥੇ ਧਰਮ ਹੋਊ ਜਿੱਤ ਉੱਥੇ ਹੀ ਹੋਊ, ਉੱਥੋਂ ਪਰੇ ਜਾ ਨਹੀਂ ਸਕਦੀ ਜਿੱਤ। ਇਸ ਕਰਕੇ ਇਹਦਾ ਪੂਰਾ ਹੰਗਾਰਾ ਭਰ ਦਿਓ, ਇਹਨੂੰ ਪੂਰੀ ਦੁਨੀਆ ਦੇ ਵਿੱਚ ਇਸ ਆਵਾਜ਼ ਨੂੰ ਬੁਲੰਦ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਛਕਾਓ ਲੰਗਰ ਪ੍ਰਸ਼ਾਦਾ, ਚਾਹ ਪਾਣੀ, ਕੌਫੀ। ਲੋਕੀ ਵਿਸ਼ਵਾਸ ਕਰਦੇ ਕਰਨਗੇ ਪ੍ਰਧਾਨ ਜੀ। ਮੈਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਨਹੀਂ ਖੋਇਆ ਪੰਜਾਬੀਆਂ ਦਾ। ਜਿੱਦਣ ਇਹ ਵਿਸ਼ਵਾਸ ਚਲੇ ਗਿਆ, ਸਮਝ ਲਓ ਨਵਜੋਤ ਸਿੱਧੂ ਮਰ ਗਿਆ। ਵਿਸ਼ਵਾਸ ਹੀ ਕਰਦੇ ਸਾਰੇ ਜੀ। ਮਰਦਾ ਮਰ ਜੂ, ਕਦੇ ਦਰੋਹ ਨਹੀਂ ਕਰੂ ਪੰਜਾਬੀਆਂ ਨਾਲ, ਕਦੇ ਝੂਠ ਨਹੀਂ ਬੋਲੂ ਪੰਜਾਬੀਆਂ ਨਾਲ, ਕਦੇ। ਔਰ ਮੈਂ ਸਭ ਕੁਝ ਤਿਆਗ ਦੂੰ, ਲੇਕਿਨ ਮੈਂ ਗੁਰੂ ਦਾ ਦਰ ਨਹੀਂ ਤਿਆਗੂ, ਉਹਦਾ ਲੜ ਨਹੀਂ ਛੱਡੂ। ਕੋਈ ਸਿੱਖਾਂ ਜਾ ਕੇ ਬੈਠਣ ਵਾਲੇ ਵੀ ਤਾਂ ਹੀ ਹੋਏ ਆ ਗੱਲ ਕਰਨ ਜੋਗਰੇ ਵੀ ਤਾਂ ਹੀ ਆ ਨੇ। ਹੁਣ ਇਹਨਾਂ ਤੋਂ ਸਵਾਲ ਪੁੱਛੇ ਜਾਣੇ ਜੀ, ਪੁੱਛਣਗੇ ਲੋਕ, ਪੁੱਛਣਗੇ ਅਦਾਲਤ, ਲੋਕ ਅਦਾਲਤ ਦਾ ਮਤਲਬ ਲੋਕਾਂ ਨੇ ਪੁੱਛਣੇ ਆ। ਹੁਣ ਜਿਹੜੇ ਇਹਨਾਂ ਨੇ ਕੀਤੀਆਂ ਵਾਅਦੇ ਕੀਤੇ, ਉਹ ਸਾਰਿਆਂ ਨੂੰ ਪੁੱਛੇ ਜਾਣਗੇ। ਵਾਹਿਗੁਰੂ ਸਾਫ਼ ਦੀਆਂ ਮੰਗਾਂ ਸਿੱਧੀਆਂ ਪੁੱਛਾਂਗੇ ਅਸੀਂ, ਸਾਰਾ ਕੁਝ ਪਤਾ ਦੋਸ਼ੀ ਕੌਣ, ਕਰਾਉਣ ਵਾਲੇ ਕੌਣ, ਪੁੱਛਣਗੇ ਹੁਣ ਤਾਂ। ਹਾਂਜੀ, ਉਹ ਵੈਟਨੈਸ ਫਿਰ ਅੱਖ ਚੱਕ ਪਾ ਕੇ ਵੀ ਤੇਰੀ ਕੀ ਫਰਿਆਦ ਹੈ, ਕਿਉਂਕਿ ਅਸਲੀ ਹੱਕਦਾਰ ਤੂੰ ਹੈ ਨਿਆਂ ਦਾ।
ਅਸੀਂ ਤਾਂ 6 ਸਾਲ ਦੇ ਕਹੀ ਜਾਂਦੇ ਆ, ਜਦੋਂ ਐਨ ਕਟਹਿਰੇ ਚੋਂ ਬਾਹਰ ਆ ਕੇ ਅਗਲੇ ਕਹਿ ਦਿੰਦੇ ਆ ਨਾ ਵੀ ਉੱਥੇ ਧਰਨਾ ਕਾਰਗਰਾਂ ਨੇ ਹਮਲਾ ਕੀਤਾ ਤੇ ਕਾਨੂੰਨ ਉੱਤੇ ਠੱਪਾ ਲਾ ਕੇ ਦਿੰਦਾ ਹੈ ਵੀ ਹਾਂ ਤੁਹਾਨੂੰ ਆ ਬੇਲ ਮਿਲ ਗਈ ਆ 2022 ਦੀਆਂ ਚੋਣਾਂ ਤੱਕ ਪੱਕੀ, ਤਾਂ ਉਦੋਂ ਫਿਰ ਇਹ ਕਾਨੂੰਨ ਦੇ ਵਿਸ਼ਵਾਸ ਦੀ ਨੇ ਆ ਤਾਂਗੇ ਲੈ ਕੇ ਲਾਇਆ ਜੀ ਆ ਜਸਟਿਸ ਫॉर ਸੇਲ ਆ। ਇਹਨੂੰ ਖਰੀਦਣ ਵਾਲਾ ਚਾਹੀਦਾ, ਇਹਦਾ ਮੁੱਲ ਪਾਉਣ ਵਾਲਾ ਚਾਹੀਦਾ, ਉਹ ਪੈਂਦਾ ਤੇ ਉਹ ਅਗਲਾ ਵੇਚਦੇ ਆ। ਬਾਕੀ ਜਿਹੜੇ ਸਸਪੈਂਡ ਹੋਏ ਸੀਗੇ ਜੀ ਅਫਸਰ ਇੱਥੇ ਬਹਿਬਲ ਦੇ ਸਾਰੇ ਵਿੱਚ ਬਹਾਲ ਹੋ ਗਏ ਜੀ ਦੁਬਾਰਾ। ਹੁਣ ਬਹਿਬਲ ਦੇ ਵਿੱਚ ਬਿਕਰਮਜੀਤ ਐਸਪੀ ਸਸਪੈਂਡ ਸੀਗਾ, ਹਾਂਜੀ ਹਾਂ ਨਾਮਜ਼ਦ ਸੀਗਾ। 10 ਤਰੀਕ ਦਸੰਬਰ ਦੀ ਕੋਰਟ ਨੇ ਪਾਈ ਸੀ ਜਿਹਦੇ ਚ ਫੈਸਲਾ ਹੋਣਾ ਸੀ, ਉਦੋਂ ਪਹਿਲਾਂ ਬਹਾਲ ਅੱਜ ਨੌਕਰੀ ਤੇ ਆ। ਹਾਂਜੀ ਹਾਂ ਕੀ ਆਸ ਰੱਖਾਂਗੇ ਅਸੀਂ?